ਤੇ ਵੱਖ-ਵੱਖ महान शख्सियतां अपनी हाज़री इस अंदोलन दे विच लगवा रही ने। तां इसे दे चलदे ही भाई निर्मल सिंह जी खालसा दिल्ली वाले भी इस अंदोलन का हिस्सा बने ने, जिन्हां दे वल्लों अज स्टेज तो ਨੂੰ ਸੰਬੋਧਨ ਕੀਤਾ ਗਿਆ ਹੈ ਅਤੇ ਕੀਰਤਨ ਕਰਕੇ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਹੈ। ਅਸੀਂ ਗੱਲਬਾਤ ਕਰਾਂਗੇ ਭਾਈ ਸਾਹਿਬ ਦੇ ਨਾਲ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ, ਅੱਜ ਇਸ ਕਿਸਾਨੀ ਅੰਦੋਲਨ ਦੇ ਵਿੱਚ ਤੁਸੀਂ ਸਮੂਲੀਅਤ ਕੀਤੀ ਹੈ, ਸਿੱਖ ਸੰਗਤਾਂ ਨੂੰ, ਇੱਥੇ ਮੌਜੂਦ ਸਾਰੀ ਸੰਗਤ ਨੂੰ ਕੀਰਤਨ ਦੇ ਨਾਲ ਨਿਹਾਲ ਕੀਤਾ ਹੈ। ਕਿਸ ਤਰ੍ਹਾਂ ਦੇਖਦੇ ਹੋ ਸਾਰੇ ਮੋਰਚੇ ਨੂੰ? ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਨਾਲ ਇਹ ਜੋ ਭਿਆਨਕ ਸਮਾਂ ਆਇਆ, ਇੱਕ ਤਾਂ ਪਹਿਲਾਂ ਮਹਾਮਾਰੀ ਚੱਲਦੀ ਪਈ ਸੀ, ਉੱਪਰੋਂ ਇਹ ਜਿਹੜੇ 3 ਕਾਨੂੰਨ ਲਾਗੂ ਕੀਤੇ ਗਏ ਸਰਕਾਰ ਵੱਲੋਂ, ਤੇ ਸਾਡੇ ਬਜ਼ੁਰਗ ਮਾਤਾਵਾਂ ਭੈਣਾਂ ਵੀਰ, ਇਹ ਸਿੰਘੂ ਬਾਰਡਰ ਇੱਥੇ ਵੇਖੋ, ਆ ਬਰਸਾਤ ਪੈਂਦੀ ਪਈ ਹੈ, ਕਿੰਨਾ ਕੁਝ ਹੁੰਦਾ ਪਿਆ ਹੈ। ਇੱਥੇ ਜਦੋਂ ਆ ਕੇ ਬੈਠੇ ਨੇ, ਤੇ ਅਸੀਂ ਭਾਵੇਂ ਇੱਥੇ ਦਿੱਲੀ ਵਿੱਚ ਬੈਠੇ ਆ, ਤੇ ਇੱਥੇ ਅੰਦਰ ਬੈਠਿਆਂ ਹਿਰਦੇ ਜਿਹੜੇ ਨੇ ਬੜੇ ਬੁਲੰਦਰੇ ਗਏ ਵੀ ਇਹ ਜਿਹੜਾ ਸੰਘਰਸ਼ ਮੋਰਚਾ ਹੈ ਸਰਕਾਰ ਨੂੰ ਮੰਨ ਲੈਣਾ ਚਾਹੀਦਾ ਤੇ ਕਿਸਾਨਾਂ ਦੀ ਆਵਾਜ਼ ਨੂੰ ਸੁਣਨਾ ਚਾਹੀਦਾ। ਤੇ ਜਿੰਨੀ ਕੁ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਰੱਥਾ ਬਖਸ਼ੀ, ਅਸੀਂ ਕਿਸਾਨ ਤਾਂ ਪਹਿਲਾਂ ਵਾਂ, ਬਾਅਦ ਵਿੱਚ ਅਸੀਂ ਰਾਗੀ ਬਣੇ, ਮਹਾਰਾਜ ਨੇ ਕਿਰਪਾ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਪਹਿਲਾਂ ਕਿਸਾਨ ਦੇ ਬੇਟੇ ਆ। ਸਾਡੇ ਆਪਣੇ ਘਰ ਦੇ ਵਿੱਚੋਂ 10 ਬੰਦੇ ਜਿਹੜੇ ਨੇ ਉਹ ਘਰ ਦੇ, ਉਹਦੇ ਚੋਂ 6 ਬੰਦੇ ਤੇ ਫੌਜ ਵਿੱਚ ਹੋਏ ਤੇ 4 ਬੰਦੇ ਹਜੇ ਵੀ ਕਿਸਾਨ ਨੇ, ਹਜੇ ਵੀ ਪੈਲੀਆਂ ਦੇ ਨਾਲ ਜੁੜੇ ਹੋਏ ਆ, ਖੇਤਾਂ ਦੇ ਨਾਲ ਜੁੜੇ ਹੋਏ ਆ। ਤੇ ਸਾਰੇ ਦਾ ਸਾਰਾ ਪਿਛੋਕੜ ਸ਼ੁਰੂ ਤੋਂ ਲੈ ਕੇ ਅੱਜ ਤੱਕ ਇਹ ਕਿਸਾਨ ਦੇ ਨਾਲ ਜੁੜਿਆ। ਇਸ ਕਰਕੇ ਮੈਨੂੰ ਸਾਰਾ ਕੁਝ ਇਹਦੇ ਬਾਰੇ ਪਤਾ ਹੋਣ ਦੇ ਨਾਤੇ, ਦੂਸਰਾ ਹੈ ਕਿ ਇਹ ਜਿਹੜਾ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋਇਆ ਜਦੋਂ ਆ ਕੇ ਮਾਤਾਵਾਂ ਭੈਣਾਂ ਨੂੰ ਵੀਰਾਂ ਨੂੰ ਇੱਥੇ ਆ ਕੇ ਵੇਖ ਕੇ ਕਿਹਾ ਕਿ ਸਾਡੇ ਦੇਸ਼ ਦੀ ਸਰਕਾਰ ਜਿਹੜੀ ਹੈ ਉਹਦੀ ਕੰਨ ਤੇ ਜੂੰ ਨਹੀਂ ਸਰਕ ਰਹੀ, ਉਹ ਸੁਣ ਹੀ ਨਹੀਂ ਰਹੇ। ਕਿਸੇ ਨੂੰ 1 ਦਿਨ 2 ਦਿਨ 4 ਦਿਨ ਹੋ ਜਾਣ, ਘਰ ਤੋਂ ਬਾਹਰ ਕਿਤੇ ਜਾਣਾ ਹੋਵੇ, ਸੁਭਾਵਕ ਵੀ ਅਸੀਂ ਕਿਤੇ ਜਾਈਏ ਤਾਂ ਪਹਿਲਾਂ ਰੂਮ ਲੱਭਦੇ ਹਾਂ। ਇੱਥੇ ਵੇਖੀਦਾ ਵੀ ਕਿੱਥੋਂ ਕੈਨੇਡਾ ਤੋਂ ਅਮਰੀਕਾ ਤੋਂ ਇਹੋ ਜਿਹੇ ਸਰੀਰ ਵੀ ਵੇਖੇ ਨੇ ਕਿ ਜਿਹੜੇ ਉੱਥੋਂ ਮਨ 'ਚ ਦਰਦ ਲੈ ਕੇ ਬੈਠੇ ਹੋਏ ਨੇ ਵੀ ਅਸੀਂ ਪਹੁੰਚੇ। ਅਸੀਂ ਤਾਂ ਦਿੱਲੀ ਤੋਂ ਆਉਣਾ ਸੀਗਾ, ਅਸੀਂ ਤਾਂ ਇੱਥੇ ਦਿੱਲੀ ਤੋਂ ਆ ਕੇ ਸੰਗਤਾਂ ਨੂੰ ਵੀ ਇਹੋ ਜਿਹੇ ਭਿਆਨਕ ਸਮੇਂ ਦੇ ਵਿੱਚ ਆ ਕੇ ਇਸ ਸਮੇਂ ਤੇ ਸੰਗਤਾਂ ਗੁਰਪੁਰਬ ਮਨਾਉਂਦੀਆਂ ਨੇ। ਸ੍ਰੀ ਗੁਰੂ ਦਸ਼ਮੇਸ਼ ਪਾਤਸ਼ਾਹ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ, ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਰਬੰਸਦਾਨੀ, ਜਿਨ੍ਹਾਂ ਦਾ ਇਹ ਪੂਰਬ, ਜਿਨ੍ਹਾਂ ਦੇ ਸਾਹਿਬਜ਼ਾਦਿਆਂ ਦੇ ਪੂਰਬ, ਸੰਗਤਾਂ ਘਰੋਂ ਘਰੀ ਆਪੋ ਆਪਣੀ ਥਾਂ ਤੇ ਜਿੰਨੀ ਸਮਰੱਥਾ ਹੈ ਜਿੱਥੇ ਜਿੱਥੇ ਇਲਾਕੇ ਦੇ ਵਿੱਚ ਬਹਿ ਕੇ ਮਨਾਉਂਦੀਆਂ ਨੇ, ਉਹ ਗੁਰਪੁਰਬ ਵੀ ਛੱਡ ਕੇ ਇੱਥੇ ਜਦੋਂ ਇੱਥੇ ਪਹੁੰਚੇ ਨੇ ਤੇ ਫਿਰ ਮਨ ਵਿੱਚ ਆਇਆ ਕਿ ਜੇ ਇਹ ਸਾਰੇ ਇੱਥੇ ਆ ਸਕਦੇ ਤੇ ਕੀਰਤਨੀਏ ਕਿਉਂ ਨਹੀਂ ਆ ਸਕਦੇ, ਅਸੀਂ ਵੀ ਇਹਨਾਂ ਦੇ ਨਾਲ ਕਿਉਂ ਨਾ ਆ ਕੇ ਇਹਨਾਂ ਨੂੰ ਇੱਥੇ ਬਾਣੀ ਸੁਣਾਈ ਜਾਵੇ ਤੇ ਜਿਹੜਾ ਇਹਨਾਂ ਨੇ ਸੰਘਰਸ਼ ਸ਼ੁਰੂ ਕੀਤਾ ਉਹਦੇ ਵਿੱਚ ਅਸੀਂ ਹਿੱਸਾ ਪਾਈਏ। तो सतगुरु सच्चे पातशाह जी के चरणों च अरदास की और असीं तां अरदास करने वाले असीं देश के प्रधानमंत्री नूं मैं उत्थे भी बेनती की है, इहो ही बेनती करदे हां भी महाराज सच्चे पातशाह नूं समत बख्शो, क्योंकि गुरबाणी पढ़न वाला जिहड़ा सिंह है वो सरबत दा भला मंगदा है ते किसान भी सरबत दा भला मंगदे आ, सरबत वास्ते सारा कुछ करदे आ। असीं इस करके बारंबार जिहड़ी प्रशासन है, जिहड़ा प्रधानमंत्री है ਤੇ ਜਿੰਨੇ ਵੀ ਵੀਰ ਵੇਖੋ ਇੱਥੇ ਖਲੋਤੇ ਨੇ, ਜਿੱਥੇ ਅਸੀਂ ਆਪ ਖਲੋਤੇ ਹਾਂ ਉੱਥੇ ਨਾਲ ਪੁਲਿਸ ਵਾਲੇ ਵੀ ਉਸ ਦਿਨ ਦੇ ਖਲੋਤੇ ਆ, ਭਾਵੇਂ ਉਹ ਸਾਨੂੰ ਮਾਰਨ ਕੁੱਟਣ ਵਾਸਤੇ ਖਲੋਤੇ, ਰੋਕਣ ਵਾਸਤੇ ਖਲੋਤੇ ਆ ਨਾ ਅੱਗੋਂ ਤੇ, ਪਰ ਫਿਰ ਵੀ ਅਸੀਂ ਉਹਨਾਂ ਵਾਸਤੇ ਵੀ ਅਰਦਾਸ ਕਰਦੇ ਹਾਂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ। ਤੇ ਕਿਸਾਨ ਵੀਰਾਂ ਵਾਸਤੇ, ਮਾਤਾਵਾਂ ਵਾਸਤੇ, ਭੈਣਾਂ ਵਾਸਤੇ ਇਹ ਬਹੁਤ ਵੱਡਾ ਮਨ ਦੇ ਵਿੱਚ ਪ੍ਰੇਮ ਹੈ ਔਰ ਇਹ ਜਿਹੜਾ ਬੜਾ ਵੱਡਾ ਦੁੱਖ ਹੈ ਕਿ ਆਪਣੇ ਘਰਾਂ ਨੂੰ ਛੱਡ ਕੇ ਤੇ ਇਸ ਥਾਂ ਤੇ ਆ ਕੇ ਬੈਠੇ, ਇਸ ਕਰਕੇ ਇੱਥੇ ਇਹਨਾਂ ਦੇ ਨਾਲ ਖਲੋਤੇ ਆ ਕੇ। ਤੁਸੀਂ ਦੇਖਿਆ ਮੋਰਚੇ ਦਾ ਜੋ ਸ਼ਾਂਤਮਈ ਢੰਗ ਦੇ ਨਾਲ ਮੋਰਚਾ ਜੋ ਸਾਡਾ ਅੰਦੋਲਨ ਚੱਲ ਰਿਹਾ ਹੈ, ਗੁਰਬਾਣੀ ਤੇ ਪ੍ਰਵਾਹ ਚੱਲ ਰਹੇ ਨੇ, ਸਿੱਖ ਸੰਗਤਾਂ ਇੱਥੇ ਲੰਗਰ ਪ੍ਰਸ਼ਾਦਾ ਛਕਦੀਆਂ ਨੇ, ਪਰ ਫਿਰ ਵੀ ਵੱਡੇ ਸਿੱਖ ਸੰਗਤਾਂ ਤੇ ਦਾਗ ਲਗਾਏ ਜਾ ਰਹੇ ਨੇ ਕਿ ਇੱਥੇ ਅੱਤਵਾਦੀ ਨੇ, ਇਹ ਅੰਦੋਲਨਕਾਰੀ ਖਾਲਿਸਤਾਨੀ ਨੇ। ਕਿੱਦਾਂ ਦੇਖਦੇ ਹੋ ਸਭ? ਇਸ ਤਰ੍ਹਾਂ ਉਹਨਾਂ ਦੀ ਸੋਚ ਜਿਵੇਂ ਦੀ ਮਰਜ਼ੀ ਰਵੇ, ਸਾਡੀ ਸੋਚ ਵਧੀਆ। ਇਸੇ ਕਰਕੇ ਅਸੀਂ ਬਾਰੰਬਾਰ ਇਹ ਗੱਲ ਕਹਿੰਦੇ ਆ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਤੇ ਮੈਂ ਆਪ ਜੀ ਨੂੰ ਪਹਿਲਾਂ ਵੀ ਕਿਹਾ ਵੇ, ਬੇਨਤੀ ਕੀਤੀ ਹੈ ਕਿ ਅਸੀਂ ਤਾਂ ਸਾਰਿਆਂ ਦਾ ਸਰਬੱਤ ਦਾ ਭਲਾ ਮੰਗਣ ਵਾਲੇ ਆ। ਕੋਈ ਕੁਛ ਕਹਿੰਦਾ ਉਹਦੀ ਸੋਚ ਹੈ, ਉਹ ਜਿਵੇਂ ਮਰਜ਼ੀ ਕੁਛ ਕਹੀ ਜਾਵੇ, ਪਰ ਇਹ ਪ੍ਰਤੱਖ ਰੂਪ ਦੇ ਵਿੱਚ ਇੱਥੋਂ ਦੇ ਕਿਸਾਨਾਂ ਨੇ, ਇੱਥੋਂ ਦੇ ਵੀਰਾਂ ਨੇ, ਉਹ ਜਿਹੜੇ ਪੰਜਾਬ ਤੋਂ ਚੱਲ ਕੇ ਜਾਂ ਹਰਿਆਣੇ ਤੋਂ ਚੱਲ ਕੇ ਜਾਂ ਹੋਰ ਥਾਵਾਂ ਤੋਂ ਚੱਲ ਕੇ ਇਸ ਸੰਘਰਸ਼ ਮੋਰਚੇ ਦੇ ਵਿੱਚ ਪਹੁੰਚੇ ਨੇ ਤੇ ਸ਼ਾਂਤੀ ਦਾ ਸੰਦੇਸ਼ ਦਿੱਤਾ। ਜੇ ਉਸ ਦਿਨ ਦਾ ਰੌਲਾ ਪਾਉਣਾ ਹੁੰਦਾ ਤੇ ਪਾ ਸਕਦੇ, 13-14 ਕਿਲੋਮੀਟਰ ਤੱਕ ਇੱਥੇ ਬੈਠੇ ਨੇ, ਕਿਉਂ ਕਿਸੇ ਗੱਲ ਕਰਕੇ ਬੈਠੇ ਹੋਏ ਨੇ। ਜੇ ਹੋਰ ਕੋਈ ਸੰਦੇਸ਼ ਦੇਣਾ ਹੁੰਦਾ ਤਾਂ ਕਿੰਨਾ ਰੌਲਾ ਪਿਆ ਹੁੰਦਾ। ਭਾਵੇਂ ਸਰਕਾਰ ਇਹ ਨਹੀਂ ਸੁਣਦੀ ਪਈ, ਫਿਰ ਵੀ ਇਹ ਸ਼ਾਂਤੀ ਦੇ ਨਾਲ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ, ਜੋ ਕੋਈ ਸੋਚਦਾ ਉਹ ਸੋਚੀ ਜਾਵੇ, ਸਾਨੂੰ ਉਹਦੇ ਸੋਚਣ ਨਾਲ ਕੋਈ ਫਰਕ ਨਹੀਂ ਪੈਂਦਾ। ਅਸੀਂ ਆਪਣਾ ਧਰਮ ਤੇ ਆਪਣਾ ਜੋ ਸਿਧਾਂਤ ਹੈ ਉਹਨੂੰ ਨਹੀਂ ਛੱਡ ਸਕਦੇ।
ਕੋਈ ਜਿੱਦਾਂ ਮਰਜ਼ੀ ਬੋਲਦਾ ਬੋਲੀ ਜਾਵੇ, ਕਿਸੇ ਦੇ ਕਹਿਣ ਦੇ ਨਾਲ ਕੀ ਫਰਕ ਪੈਂਦਾ। ਅਸੀਂ ਸਾਰੀਆਂ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਬਚਨ ਹੁਣੇ ਆਖਿਆ ਵੀ ਕੋਈ ਕਹਿੰਦਾ ਖਾਲਿਸਤਾਨੀ ਹੈ, ਸਾਡਾ ਤੇ ਬਾਬਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਭਾਵੇਂ ਹਿੰਦੁਸਤਾਨ 'ਚ ਰਹਿਣ ਵਾਲਾ ਬੰਦਾ ਹਿੰਦੁਸਤਾਨ ਨਹੀਂ ਕਹਿੰਦਾ, ਇੰਡੀਆ ਕਹਿੰਦੇ ਨੇ ਸਾਰੇ, ਪਰ ਸਾਡਾ ਬਾਬਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਕਹਿੰਦਾ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ। ਹਿੰਦੁਸਤਾਨ ਨਾਮ ਬਾਬਾ ਨਾਨਕ ਸੱਚੇ ਪਾਤਸ਼ਾਹ ਜੀ ਸਤਿਗੁਰੂ ਜੀ ਨੇ ਦਿੱਤਾ ਤੇ ਅਸੀਂ ਤਾਂ ਦੇਸ਼ ਦੇ ਸਿਸਟਮ ਦੇ ਨਾਲ ਚੱਲਦੇ ਪਏ ਆ। ਕੋਈ ਜੋ ਮਰਜ਼ੀ ਕਹੀ ਜਾਵੇ, ਜੋ ਮਰਜ਼ੀ ਕੋਈ ਬੋਲਦਾ, ਸਾਨੂੰ ਉਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਅਸੀਂ ਇਸ ਦੇਸ਼ ਦੇ ਜਿਹੜੇ ਵਾਸੀ ਹੈਗੇ ਆ, ਇੱਥੋਂ ਨਿਕਲ ਕੇ ਬਾਹਰ ਦੇ ਦੇਸ਼ਾਂ ਵਿੱਚ ਵੀ ਗਏ ਆ ਤੇ ਇਸ ਹਿੰਦੁਸਤਾਨ ਦਾ ਸਗੋਂ ਨਾਮ ਚਮਕਿਆ। ਕੋਈ ਕਹਿੰਦਾ ਤੇ ਕਹੀ ਜਾਵੇ, ਸਾਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਅਸੀਂ ਆਪਣਾ ਸ਼ਾਂਤੀ ਸੰਦੇਸ਼ ਜਿਹੜਾ ਹੈਗਾ ਉਹ ਦੇਣਾ ਹੀ ਦੇਣਾ ਹੈ। ਜੀ ਵੱਖ-ਵੱਖ ਤਰੀਕਿਆਂ ਦੇ ਲੰਗਰ ਦੇ ਪ੍ਰਵਾਹ ਚੱਲ ਰਹੇ ਨੇ। ਬਹੁਤ ਅਫਵਾਹਾਂ ਉਡਾਈਆਂ ਜਾ ਰਹੀਆਂ ਨੇ, ਕਿਸਾਨ ਇੱਥੇ ਪੀਜ਼ੇ ਖਾਂਦੇ ਨੇ, ਇਹ ਉਹ, ਪਰ ਜੋ ਕਿਸਾਨਾਂ ਦਾ ਕਹਿਣਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਲੰਗਰ ਨੇ, ਪਰ ਜੋ ਟੈਗ ਲਗਾ ਦਿੱਤੇ ਜਾ ਰਹੇ ਨੇ ਇਸ ਨੂੰ ਬਹੁਤ ਹੀ ਨੈਗੇਟਿਵ ਤਰੀਕੇ ਨਾਲ ਦਿਖਾਇਆ ਜਾ ਰਿਹਾ ਕਿ ਇੱਥੇ ਪੀਜ਼ਿਆਂ ਦੇ ਲੰਗਰ ਚੱਲ ਰਹੇ ਨੇ ਜਾਂ ਵੱਡੇ ਵੱਡੇ ਪਦਾਰਥ ਲੱਗੇ ਹੋਏ ਨੇ। ਕਿੱਦਾਂ ਵੇਖਦੇ ਹੋ? ਗੁਰੂ ਨਾਨਕ ਦੇ ਘਰ ਦੇ ਵਿੱਚ ਦੇਖੋ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਲੰਗਰ ਜਿਸ ਦਿਨ ਤੋਂ ਲੱਗਾ ਹੈ ਨਾ, ਉਸ ਦਿਨ ਤੋਂ ਇੱਥੇ ਜਿਹੜੇ ਲੰਗਰ ਲਾਏ ਹੋਏ ਉਹ ਵੀ ਸਿੱਖਾਂ ਨੇ ਲਾਏ, ਗੁਰੂ ਦੇ ਪਿਆਰਿਆਂ ਨੇ ਲਾਏ ਹੋਏ ਨੇ। ਉਹਨਾਂ ਦੇ ਵਿੱਚ ਸਮਰੱਥਾ ਹੈ ਤੇ ਉਹਨਾਂ ਨੇ ਲੰਗਰ ਲਾਤੇ। ਅਸੀਂ ਤੇ ਦੂਜਿਆਂ ਨੂੰ ਕਿਸੇ ਇੱਕ ਪ੍ਰਕਾਰ ਦਾ ਦੁੱਖ ਹੁੰਦਾ ਤੇ ਉੱਥੇ ਜਾ ਕੇ ਲੰਗਰ ਲਾ ਲੈਣੇ। ਹੁਣ ਤੇ ਸੰਗਤ ਹੀ ਆਪਣੀ ਸਾਰੀ ਆ ਕੇ ਬੈਠੀ ਹੋਈ ਹੈ। ਇਸ ਕਰਕੇ ਕੋਈ ਜੋ ਮਰਜ਼ੀ ਕਹਿੰਦਾ ਰਵੇ, ਲੰਗਰ ਤਾਂ ਛਕਣਾ ਹੀ ਹੈ। ਜਾਂ ਫਿਰ ਇਹ ਪ੍ਰਬੰਧ ਕਰ ਦੇਣ, ਇਹਨਾਂ ਦੇ ਵਿੱਚ ਇੰਨੀ ਤਾਕਤ ਨਹੀਂ, ਆਪਣੇ ਆਪ ਨੂੰ ਨਹੀਂ ਖਵਾ ਸਕਦੇ ਤੇ ਦੂਜੇ ਦਾ ਪ੍ਰਬੰਧ ਕੀ ਕਰਨਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਸੀਂ ਜੋ ਗੁਰੂ ਨਾਨਕ ਦੀ ਮਰਿਆਦਾ ਹੈ ਉਹ ਕੋਈ ਕੁਝ ਕਹਿੰਦਾ ਰਵੇ, ਜੇ ਪਦਾਰਥ ਹੈ ਨੇ ਉਹਨਾਂ 'ਚ ਸਮਰੱਥਾ ਹੈ ਆ ਤੇ ਸੰਗਤਾਂ ਦੀ ਸੇਵਾ ਕਰਦੇ ਪਏ ਨੇ ਆਪੋ ਆਪਣੀ ਥਾਂ ਤੇ। ਇੱਕ ਵੀਰ ਦਾ ਪਿੱਛੇ ਇਹਨਾਂ ਦਿਨਾਂ ਦੇ ਵਿੱਚ ਮੈਸੇਜ ਆਇਆ ਸੀ, ਉਹਨੇ ਆਪਣੀ ਮੱਝ ਵੇਚੀ ਤੇ ਉਹਨੇ ਮੱਝ ਵੇਚ ਕੇ ਲੰਗਰ ਲਾ ਦਿੱਤਾ। ਹੁਣ ਇਹ ਤਾਂ ਜਜ਼ਬਾ ਉਹਦੇ ਮਨ ਦੇ ਪ੍ਰੇਮ ਦਾ ਹੈ, ਹਿਰਦੇ ਦਾ ਹੈ, ਤਾਂ ਗੁਰੂ ਨੂੰ ਸਮਰਪਿਤ ਹੋ ਕੇ ਕੋਈ ਕਰਦਾ ਪਿਆ। ਜੇ ਕੋਈ ਹੋਰ ਕਰਨਾ ਚਾਹੁੰਦਾ ਤੇ ਆ ਜਾਵੇ, ਸਾਨੂੰ ਉਹਦੇ ਨਾਲ ਕੋਈ ਦਿੱਕਤ ਥੋੜੀ ਹੈ, ਕੋਈ ਆਵੇ ਲੰਗਰ ਲਾਵੇ। ਪਰ ਜੋ ਸਾਡਾ ਸਿਧਾਂਤ ਹੈ, ਸਾਡੀਆਂ ਬੱਚੀਆਂ, ਸਾਡੀਆਂ ਮਾਤਾਵਾਂ ਆ ਕੇ ਇੱਥੇ ਲੰਗਰ ਲਾਇਆ ਹੋਇਆ ਜਾਂ ਲੰਗਰ ਵਿੱਚ ਸੇਵਾਵਾਂ ਕਰਦੀਆਂ ਪਈਆਂ ਨੇ, ਜਾਂ ਜਿੰਨੇ ਵੀ ਗੁਰੂ ਕੇ ਪਿਆਰੇ ਨੇ, ਕਿਸਾਨ ਵੀਰ ਨੇ, ਉਹਨਾਂ ਨੇ ਆਪੋ ਆਪਣੀ ਥਾਂ ਤੇ ਆਪਣੇ ਆਪਣੇ ਸਟਾਲ ਲਾ ਕੇ ਸੰਗਤ ਵਾਸਤੇ ਸੇਵਾ ਲਾਈਏ। ਤੇ ਜੋ ਹੋਰ ਕੋਈ ਜੋ ਮਰਜ਼ੀ ਬੋਲਦਾ ਰਵੇ, ਸਾਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ। ਲੰਗਰ ਤੇ ਹੁਣ ਛਕਣਾ ਹੀ ਹੈ, ਭੁੱਖੇ ਤੇ ਨਹੀਂ ਨਾ ਰਹਿਣਾ। ਸਰਕਾਰ ਨੇ ਤੇ ਆ ਕੇ ਪੁੱਛਿਆ ਨਹੀਂ। ਦੇਖੋ 20-25 ਕਿਸਾਨ ਜਿਹੜੇ ਨੇ ਉਹ ਇਸ ਕਿਸਾਨ ਮੋਰਚੇ ਦੀ ਭੇਟ ਚੜ ਗਏ ਨੇ, ਹੈ ਨਾ। ਉਹਦੇ ਵਾਸਤੇ ਕਿਸੇ ਨੇ ਕੀ ਕੀਤਾ? ਉਹ ਤੇ ਜਿਨ੍ਹਾਂ ਦੇ ਚਲੇ ਗਏ ਨੇ ਉਹਨਾਂ ਨੂੰ ਪਤਾ ਹੈ, ਜਾਂ ਇਹ ਇਤਿਹਾਸ ਵਿੱਚ ਉਹਨਾਂ ਨੂੰ ਚੇਤੇ ਕੀਤਾ ਜਾਵੇਗਾ। ਮਹਾਰਾਜ ਮਿਹਰ ਕਰੇ ਸੱਚੇ ਪਾਤਸ਼ਾਹ ਸਾਰੇ ਸੁਖ ਸ਼ਾਂਤੀ ਦੇ ਨਾਲ ਆਪਣੇ ਘਰਾਂ 'ਚ ਜਿਹੜੇ ਵਿਅੰਗ ਕੱਸਣ ਵਾਲੇ ਲੋਕ ਨੇ ਉਹ ਤੇ ਵਿਅੰਗ ਕੱਸੀ ਜਾਣ, ਕੀ ਫਰਕ ਪੈਂਦਾ ਹੈ। ਮਹਾਰਾਜ ਮਿਹਰ ਕਰੇ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਸਮੱਤ ਬਖਸ਼ੇ। ਬੀਤੇ ਦਿਨੀ ਨਿਕਲ ਕੇ ਗਏ ਨੇ ਸਾਡੇ ਸ਼ਹੀਦੀ ਦਿਹਾੜੇ, ਗੁਰੂ ਪਾਤਸ਼ਾਹ ਜੀ, ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਵੀ ਅਸੀਂ ਇਸੇ ਅੰਦੋਲਨ 'ਚ ਮਨਾਇਆ ਹੈ। ਸ਼ਹੀਦੀ ਸਭਾਵਾਂ ਸਾਡੀਆਂ ਇਸੇ ਅੰਦੋਲਨ 'ਚ ਨਿਕਲ ਗਿਆ ਨੇ। ਅੱਗੇ ਹੁਣ ਮਾਘੀ ਆਉਣ ਵਾਲੀ ਹੈ, ਕੀ ਦੇਖਦੇ ਹੋ ਕਿ ਕਿਤੇ ਕੱਲ ਨੂੰ ਮੀਟਿੰਗ ਵੀ ਹੈ, ਜੇ ਸਰਕਾਰ ਨਹੀਂ ਮੰਨਦੀ ਤਾਂ ਕਿਤੇ ਸਾਡੀ ਮਾਘੀ ਹੈ, ਜੋ ਸਾਡੇ ਇਹ ਸਾਰੇ ਤਿਉਹਾਰ ਨੇ, ਇਤਿਹਾਸਿਕ ਦਿਹਾੜੇ ਨੇ, ਇਸੇ ਅੰਦੋਲਨ ਦੀ ਭੇਟ ਤਾਂ ਨਹੀਂ ਚੜ੍ਹਦੇ ਜਾਂਦੇ? ਅਸੀਂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪਣੀ ਅਰਦਾਸ ਜ਼ਰੂਰ ਕਰਾਂਗੇ। ਕੱਲ ਜਿਹੜੀ ਮੀਟਿੰਗ ਹੈ ਉਹਦੇ ਵਾਸਤੇ, ਉਹਨਾਂ ਵਾਸਤੇ ਵੀ ਅਰਦਾਸ ਕਰਾਂਗੇ ਕਿ ਮਹਾਰਾਜ ਉਹਨਾਂ ਨੂੰ ਸਮੱਤ ਬਖਸ਼ਣ ਤੇ ਮੀਟਿੰਗ ਦਾ ਜਿਹੜਾ ਸਿੱਟਾ ਕਿਸਾਨਾਂ ਦੇ ਹੱਕ ਦੇ ਵਿੱਚ ਆਵੇ। ਤੇ ਜੇ ਕਿਸਾਨਾਂ ਦੇ ਹੱਕ ਵਿੱਚ ਆਵੇਗਾ ਤੇ ਸਾਡੇ ਮਨ ਦੇ ਬਿਰਥਾ ਤੇ ਇਹ ਹੈ ਕਿ ਅਸੀਂ ਆਪੋ ਆਪਣੇ ਘਰਾਂ ਦੇ ਵਿੱਚ ਜਾ ਕੇ ਜਿਸ ਤਰ੍ਹਾਂ ਮਾਘੀ ਦਾ ਇਸ ਤਿਉਹਾਰ ਮਨਾਉਂਦੇ ਆ ਉੱਥੇ ਮਨਾਇਆ ਜਾਵੇ। ਜੇ ਸਰਕਾਰ ਨਹੀਂ ਮੰਨਦੀ ਤੇ ਫਿਰ ਮਾਘੀ ਦਾ ਸਮਾਗਮ ਵੀ ਇੱਥੇ ਮਨਾਇਆ ਜਾਏਗਾ, ਜਿਸ ਤਰ੍ਹਾਂ ਦੂਸਰੇ ਸਾਰੇ ਸਮਾਗਮ ਮਨਾਏ ਗਏ ਨੇ ਉਸੇ ਤਰ੍ਹਾਂ ਮਾਘੀ ਦਾ ਸਮਾਗਮ ਵੀ ਇੱਥੇ ਮਨਾਵਾਂਗੇ। ਪਰ ਅਸੀਂ ਸਰਬੱਤ ਦਾ ਭਲਾ ਤੇ ਸ਼ਾਂਤੀ ਮੋਰਚਾ ਜਿਹੜਾ ਇਹ ਰੱਖਣਾ ਹੀ ਰੱਖਣਾ ਹੈ। ਔਰ ਇਹਦੇ ਨਾਲ ਜਿਹੜੇ ਕਿਸਾਨ ਵੀਰਾਂ ਨੇ ਸ਼ਾਂਤੀ ਮੋਰਚੇ ਨੂੰ ਲੈ ਕੇ ਤੁਰੇ ਨੇ, ਆਪਣੇ ਗੁਰੂ ਸਾਹਿਬਾਂ ਦੇ ਦਿਨ ਵੀ ਇੱਥੇ ਮਨਾਏ ਨੇ, ਸ਼ਾਂਤੀ ਦੇ ਨਾਲ ਮਨਾਏ ਨੇ। ਫਿਰ ਹੋਰ ਕਿਸੇ ਪ੍ਰਕਾਰ ਦੇ ਨਾਲ ਕੋਈ, ਕਿਉਂਕਿ ਮਨਾਈ ਸ਼ੁਰੂ ਤੋਂ ਇਸ ਤਰ੍ਹਾਂ ਜਾਂਦੇ ਨੇ। ਅਸੀਂ ਕਿਸੇ ਤੇ ਵੀ ਵਿਅੰਗ ਨਹੀਂ ਕੱਸਦੇ, ਅਸੀਂ ਆਪਣੀਆਂ ਮੰਗਾਂ ਨੂੰ ਮੁੱਖ ਰੱਖਿਆ ਹੋਇਆ। ਉਹ ਮੰਗਾਂ ਜਿਹੜੀਆਂ ਨੇ ਸਾਡੀਆਂ ਮੰਨ ਲੀਆਂ ਜਾਣ ਤੇ ਜਿਸ ਦਿਨ ਮੰਨ ਲੈਣਗੇ ਉਸ ਦਿਨ ਆਪੇ ਘਰੋਂ ਘਰੀ ਜਾ ਕੇ ਮਨਾਵਾਂਗੇ। ਤੇ ਜੇ ਨਹੀਂ ਮੰਨੀਆਂ ਜਾਣਗੀਆਂ, ਐਸਾ ਤੇ ਹੋ ਹੀ ਨਹੀਂ ਸਕਦਾ ਕਿ ਨਾ ਮੰਨੀਆਂ ਜਾਣ। ਅਸੀਂ ਇਹੀ ਅਰਦਾਸ ਕਰਾਂਗੇ ਮਹਾਰਾਜ ਦੇ ਚਰਨਾਂ ਦੇ ਵਿੱਚ ਵੀ ਮੰਨੀਆਂ ਜਾਣ ਤੇ ਉਸੇ ਦਿਨ ਘਰਾਂ ਨੂੰ ਜਾਵਾਂਗੇ ਤੇ ਮਹਾਰਾਜ ਸੁੱਖ ਰੱਖੇ, ਇਹਨਾਂ ਨੂੰ ਵੀ ਸੱਚੇ ਪਾਤਸ਼ਾਹ ਸਮੱਤ ਬਖਸ਼ੇ। ਮੈਂ ਜ਼ਰੂਰ ਚਾਹੂੰਗੀ ਕਿ ਤੁਸੀਂ ਇਲਾਹੀ ਗੁਰਬਾਣੀ ਦੇ ਕੁਝ ਬੋਲ ਜਾਂ ਬਚਨ ਸਾਡੇ ਨਾਲ ਜ਼ਰੂਰ, ਕੁਝ ਇੱਕ ਸ਼ਬਦ ਹੋ ਜਾਏ ਇਲਾਹੀ ਬਾਣੀ ਦਾ ਇਸ ਮੋਰਚੇ ਦੇ ਰਿਗਾਰਡਿੰਗ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਸਭ ਤੋਂ ਵੱਡਾ ਸੰਦੇਸ਼ ਹੈ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਦਰੇ ਨਾਨਕ ਹਰ ਗੁਣ ਗਾਓ। हे ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ, ਤੇਰੇ ਸਾਰੇ ਸਿੱਖ, ਤੇਰੇ ਸਾਰੇ ਕਿਸਾਨ ਵੀਰ, ਇਹਨਾਂ ਦਾ ਉਧਾਰ ਹੋਵੇ ਔਰ ਸਰਕਾਰ ਇਹਨਾਂ ਦਾ ਕਹਿਣਾ ਮੰਨ ਲੇ। ਅਸੀਂ ਗੁਰੂ ਦੇ ਚਰਨਾਂ ਦੇ ਵਿੱਚ ਗੁਰਬਾਣੀ ਰਾਹੀਂ ਵੀ ਇਹੀ ਅਰਦਾਸ ਕਰਦੇ ਹਾਂ, ਸਰਕਾਰ ਨੂੰ ਵੀ ਸਮੱਤ ਬਖਸ਼ ਔਰ ਆਪਣੇ ਕਿਸਾਨਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖ, ਘਰਾਂ ਵਿੱਚ ਸੁਖ ਸ਼ਾਂਤੀ ਵਰਤੀ ਰਵੇ। ਸਦਾ ਸਦਾ ਇਹ ਗੁਰਬਾਣੀ ਇਲਾਹੀ ਦਾ ਓਟ ਆਸਰਾ ਬਣਿਆ ਰਵੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਇੱਕ ਬਚਨ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਹੈ। ਇਹ ਬੱਚੀ ਸਾਡੀ ਆਪਣੀ ਬੱਚੀ ਹੈ ਜਿਹਨੇ ਬਹੁਤ ਸੁੰਦਰ ਪੰਜਾਬੀ ਦੇ ਵਿੱਚ ਬੋਲ ਕੇ ਦਾਸ ਨੂੰ ਆਖਿਆ ਕਿ ਆਪਾਂ ਇਸ ਤਰ੍ਹਾਂ ਸਾਰਿਆਂ ਦੇ ਨਾਲ ਸਾਂਝ ਪਾਈਏ, ਔਰ ਬੜਾ ਮਨ ਖੁਸ਼ ਹੋਇਆ ਕਿ ਜ਼ਿਆਦਾਤਰ ਸਾਡੀਆਂ ਬੱਚੀਆਂ ਬਹੁਤ ਗਾਂ ਤੱਕ ਪਹੁੰਚੀਆਂ ਨੇ, ਔਰ ਗੁਰੂ ਸਾਹਿਬ ਨੇ ਮਿਹਰ ਕੀਤੀ ਹੈ ਇਸ ਬੱਚੀ ਦੇ ਉੱਤੇ। ਇਹਨੇ ਬੜੇ ਸੁੰਦਰ ਜਿਹੜੇ ਕੁਐਸਚਨ ਨੇ ਉਹ ਇਸ ਮੋਰਚੇ ਦੇ ਤਹਿਤ ਕੀਤੇ ਨੇ, ਔਰ ਗੁਰੂ ਮਹਾਰਾਜ ਮਿਹਰ ਕਰੇ ਇਹ ਜਿਹੜਾ ਤੁਹਾਡਾ ਚੈਨਲ ਹੈ ਚੜ੍ਹਦੀ ਕਲਾ ਵਿੱਚ ਰਵੇ, ਔਰ ਇਸੇ ਤਰ੍ਹਾਂ ਆਪਣੇ ਦੇਸ਼ ਕੌਮ ਦੀ ਸੇਵਾ ਕਰਦਾ ਰਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਦਿੱਲੀ ਵਾਲੇ, ਜਿਨ੍ਹਾਂ ਨੇ ਇਸ ਮੋਰਚੇ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਤੇ ਇਸ ਮੋਰਚੇ ਦੀ ਸਟੇਜ ਤੋਂ ਸੰਗਤਾਂ ਨੂੰ ਨਗਰ ਕੀਰਤਨ ਦੇ ਨਾਲ ਨਿਹਾਲ ਕੀਤਾ ਹੈ। ਭਾਈ ਸਾਹਿਬ ਦੀ ਸਰਕਾਰ ਨੂੰ ਅਪੀਲ ਹੈ ਕਿ ਜਲਦ ਤੋਂ ਜਲਦ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਜਾਵੇ ਤਾਂ ਜੋ ਕਿਸਾਨ ਆਪਣੀ ਮਾਘੀ ਦੇ ਇਤਿਹਾਸਿਕ ਦਿਹਾੜੇ ਨੂੰ ਆਪਣੇ ਘਰਾਂ ਦੇ ਵਿੱਚ ਮਨਾ ਸਕਣ। ਕੈਮਰਾ ਪਰਸਨ ਕੁਲਦੀਪ ਦੇ ਨਾਲ ਗੁਰਪ੍ਰੀਤ ਕੌਰ, ਔਨ 에ਅਰ।